ਅੱਜ ਸ਼ੁਰੂਆਤ ਮੈਂ ਕਾਂਗਰਸ ਤੋਂ ਕਰਾਂਗਾ। ਖੜਿਆਲ ਸਾਹਿਬ, ਸਿੱਧਾ ਸਵਾਲ, गिरफ्तारी ਦੇ ਉੱਤੇ ਇਤਰਾਜ਼ ਹੈ, ਜਿਹੜਾ ਮਾਮਲਾ ਹੈ ਉਸ ਦੇ ਉੱਤੇ ਇਤਰਾਜ਼ ਹੈ, गिरफ्तारी ਦੇ ਤਰੀਕੇ ਉੱਤੇ ਇਤਰਾਜ਼ ਹੈ। ਆਖਿਰ ਕਾਂਗਰਸ ਇਸ ਪੂਰੇ ਮਾਮਲੇ ਨੂੰ ਬਦਲਾਖੋਰੀ ਵਾਲੀ ਸਿਆਸਤ ਜਾਂ ਕਾਰਵਾਈ ਕਿਉਂ ਕਹਿ ਰਹੀ ਹੈ? गौरव जी, मैं शुरुआत आ वीडियो तो करना चाहना है। सीएम भगवंत मान साहब दी वीडियो है मैं एक पॉलिटिकल वेंडेटा ते मैं सवाल भी पा रहा लोक सभा दे विच स्पैशली खैरा साहब वाला कि किस तरह ਜਿਹੜੇ ਸੱਚੇ ਬੰਦੇ ਨੇ ਸੱਚ ਬੋਲਣ ਵਾਲਿਆਂ ਨੂੰ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਆਪਸ ਚ ਕਿਵੇਂ ਇਹ ਪਾਰਟੀਆਂ ਦੋਨੇ ਰਲੀਆਂ ਹੋਈਆਂ ਨੇ। ਸੋ ਹਰ ਵਕਤ ਖੈਰਾ ਸਾਹਿਬ ਦੇ ਨਾਲ ਅਹੁਦੇਦਾਰ ਵੀ ਔਰ ਦਿੱਲੀ ਦੀ ਲੀਡਰਸ਼ਿਪ ਵੀ ਉਹਨਾਂ ਨੂੰ ਸੁਜੈਸਟ ਵੀ ਕਰਦੇ ਰਹੇ ਕਿ ਦਿੱਲੀ ਦੇ ਵਿੱਚ ਲੀਗਲ ਖੈਰਾ ਸਾਹਿਬ ਨੂੰ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ। ਜਦੋਂ ਉਹਦੇ ਵਿੱਚ ਇਹੀ ਹੈ, ਦੇਖੋ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਰਾਹਤ ਦਿੱਤੀ। ਜਿਹੜੇ ਮੈਟਰ ਹੈ, ਨਾ ਤਾਂ ਖੈਰਾ ਸਾਹਿਬ ਦਾ ਨਾਂ ਕਿਤੇ ਚਾਰਜ ਸ਼ੀਟ 'ਚ ਹੈ, ਨਾ ਕਿਸੇ ਚਲਾਨ 'ਚ ਪੇਸ਼ ਕੀਤਾ, ਨਾ ਕੋਈ FIR 'ਚ ਹੈ। ਕਿਸ ਤਰ੍ਹਾਂ ਉਹ ਜਿਹੜਾ ਇਹਨਾਂ ਨੇ 319 ਦੇ ਅੰਡਰ ਲੈ ਲਿਆ, ਉਹ ਸਾਨੂੰ ਜਿਹੜੇ ਦਿੱਲੀ ਦੇ ਵੀ ਨੇ, ਕੁਝ ਪੰਜਾਬ ਦੇ ਜਿਹੜੇ ਲੀਗਲ ਐਕਸਪਰਟ ਨੇ, ਉਹਨਾਂ ਨੇ ਕਿਹਾ ਮੈਨੂੰ ਲੱਗਦਾ ਹੈ ਖੜਿਆਲ ਸਾਹਿਬ ਲਾਸਟ ਵਰਡ ਔਰ ਸਿਆਸੀ ਬਦਲਾਖੋਰੀ ਦੀ ਹੱਦ ਹੈ ਕਿ ਉਹ ਸਿਆਸੀ ਬਦਲਾਖੋਰੀ ਦੀ ਹੱਦ ਹੈ ਇਹ। ਭਗਵੰਤ ਮਾਨ ਸਾਹਿਬ ਕਹਿ ਰਹੇ ਹੈ, ਮਾਨ ਸਾਹਿਬ ਤੁਸੀਂ ਜਿਹਨੂੰ ਸਿਆਸੀ ਬਦਲਾਖੋਰੀ ਦੀ ਹੱਦ ਦੱਸ ਰਹੇ ਹੋ, ਪੋਲੀਟੀਕਲ ਵੈਂਡੇਟਾ ਦੱਸ ਰਹੇ ਹੋ, ਤੇ ਫੇਰ ਪੁਲਿਸ ਨੂੰ ਕੰਡੈਮ ਕਰੋ, ਇਹ ਐਕਸ਼ਨ ਗਲਤ ਹੈ। ਦੂਜੀ ਗੱਲ, ਇਹ ਕਾਲਾ ਦਿਨ ਸੀ ਡੈਮੋਕ੍ਰੇਸੀ ਲਈ ਗੌਰਵ ਜੀ, ਕਿਉਂਕਿ ਅਰੈਸਟ ਅਨਕਨਸਟੀਟਿਊਸ਼ਨਲ ਹੈ। ਮੈਂ ਤੁਹਾਨੂੰ ਦੱਸਦਾ ਕਿਉਂ, ਸਾਰੇ ਕਾਰਨ ਦੱਸੂਗਾ। ਪਹਿਲਾਂ ਤਾਂ 8 ਸਾਲ ਪੁਰਾਣਾ ਕੇਸ ਹੈ ਜੀ, ਤੇ ਇਹ ਕੇਸ ਖਤਮ ਹੋਇਆ ਹੈ, ਟ੍ਰਾਇਲ ਕਨਕਲੂਡ ਹੋਇਆ, ਜਿਹੜੇ ਮੁਲਜ਼ਮ ਸੀ ਉਹਨਾਂ ਨੂੰ ਸਜ਼ਾ ਮਿਲੀ ਹੋਈ ਹੈ। ਖੈਰੇ ਸਾਹਿਬ ਦਾ ਨਾਮ ਨਾ ਤਾਂ ਪਰਚੇ ਦੇ ਵਿੱਚ ਸੀਗਾ, ਖੈਰਾ ਸਾਹਿਬ ਦਾ ਨਾਮ ਨਾ ਚਲਾਨ ਦੇ ਵਿੱਚ ਸੀਗਾ, ਨਾ ਖੈਰਾ ਸਾਹਿਬ ਦੇ ਖਿਲਾਫ ਕੋਈ ਐਵੀਡੈਂਸ ਸੀਗਾ। ਸੁਪਰੀਮ ਕੋਰਟ ਜਦੋਂ ਅਸੀਂ ਗਏ, ਸਾਨੂੰ 319 ਚ ਸਮਨ ਕੀਤਾ ਗਿਆ ਸੀਗਾ, ਅਸੀਂ ਸੁਪਰੀਮ ਕੋਰਟ ਗਏ, ਸੁਪਰੀਮ ਕੋਰਟ ਨੇ ਆਰਡਰ ਸਟੇ ਕਰਤਾ ਤੇ ਸਾਰਾ ਕੁਝ ਖਤਮ ਹੋ ਗਿਆ। ਉਹ ਤੋਂ ਬਾਅਦ 2023 ਦੇ ਵਿੱਚ 8 ਸਾਲ ਬਾਅਦ ਆ ਕੇ ਤੇ ਅਰੈਸਟ ਕਰ ਲਿਆ ਜਾਂਦਾ ਖੈਰਾ ਸਾਹਿਬ ਨੂੰ। ਮੇਰਾ ਪਹਿਲਾ ਸਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੈ ਕਿ ਬੇਸਿਸ ਕੀ ਹੈ, ਕੀ ਐਵੀਡੈਂਸ ਆਇਆ ਜਿਹਦੇ ਬੇਸਿਸ ਤੇ ਤੁਸੀਂ ਖੈਰਾ ਸਾਹਿਬ ਨੂੰ ਅਰੈਸਟ ਕੀਤਾ ਹੈ। ਮੇਰਾ ਦੂਜਾ ਸਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਜੇ ਐਵੀਡੈਂਸ ਹੁੰਦਾ ਜਾਂ ਕੋਈ ਬੇਸਿਸ ਹੁੰਦਾ ਤੇ ਆਨਰੇਬਲ ਸੁਪਰੀਮ ਕੋਰਟ ਨੇ ਸਟੇ ਕਰਨਾ ਹੀ ਨਹੀਂ ਸੀਗਾ। ਉਹਨਾਂ ਨੇ ਇਹੀ ਦੇਖਿਆ ਨਾ ਵੀ ਰਿਕਾਰਡ ਤੇ ਕੋਈ ਐਵੀਡੈਂਸ ਨਹੀਂ, ਕੁਝ ਵੀ ਨਹੀਂ ਹੈ, ਦੇਅਰਫੋਰ ਸਟੇ ਕਰਤਾ। ਤੇ ਕੀਤਾ ਵੀ ਕਨਸਟੀਟਿਊਸ਼ਨ ਬੈਂਚ ਨੇ ਸੀਗਾ, 5 ਜੱਜਾਂ ਦੇ ਬੈਂਚ, ਸੁਪਰੀਮ ਕੋਰਟ ਦੇ ਨੇ ਕੀਤਾ ਸੀਗਾ ਜੀ। ਅਗਲਾ ਇਹ ਹੈ ਗੌਰਵ ਜੀ, ਇੱਕ ਟਰਮ ਹੈ ਡਬਲ ਜੈਪਰਡੀ। ਇੱਕ ਕੇਸ ਦੇ ਵਿੱਚ ਇੱਕ ਵਿਅਕਤੀ ਨੂੰ ਇੱਕ ਵਾਰ ਤੋਂ ਜ਼ਿਆਦਾ ਨਾ ਤਾਂ ਉਹਨੂੰ ਪ੍ਰੋਸੀਕਿਊਟ ਕੀਤਾ ਜਾ ਸਕਦਾ ਹੈ, ਉਹਦੇ ਕੇਸ ਚੱਲ ਸਕਦਾ ਹੈ, ਤੇ ਇੱਕ ਵਾਰ ਤੋਂ ਜ਼ਿਆਦਾ ਸਜ਼ਾ ਨਹੀਂ ਮਿਲ ਸਕਦੀ। ਹੁਣ ਖੈਰਾ ਸਾਹਿਬ ਨੂੰ ਤਾਂ ਆਲਰੇਡੀ ਪ੍ਰੋਸੀਕਿਊਟ ਕਰਨ ਦੀ ਕੋਸ਼ਿਸ਼ ਕੀਤੀ ਸੀ PMLA ਕੇਸ ਦੇ ਵਿੱਚ, ਜਿਹਦੀ ਡੇਟ 6 ਅਕਤੂਬਰ ਹੈ। ਆਨਰੇਬਲ ਹਾਈ ਕੋਰਟ ਦੇ ਵਿੱਚ ਕੁਐਸ਼ਨ ਦਾਇਰ ਕੀਤੀ ਹੋਈ ਹੈ ਤੇ ਟ੍ਰਾਇਲ ਕੋਰਟ ਦੀ ਪ੍ਰੋਸੀਡਿੰਗ ਤੇ ਸਟੇ ਲੱਗਣਾ ਚਾਹੀਦਾ ਹੈ। ਉਹ ਮੈਟਰ ਸਬ ਜੁਡਿਸ ਉਹਦੇ ਬਾਵਜੂਦ ਖੈਰਾ ਸਾਹਿਬ ਨੂੰ ਆ ਕੇ ਅਰੈਸਟ ਕਰ ਲਿਆ ਜਾਂਦਾ ਹੈ। ਮੇਰਾ ਸਵਾਲ ਇਹਨਾਂ ਨੂੰ ਇਹ ਹੈ ਕਿ ਗੌਰਵ ਜੀ, ਜਦੋਂ ਟ੍ਰਾਇਲ ਕਨਕਲੂਡਡ ਹੈ, ਤੁਹਾਨੂੰ CRPC ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਉਹਨੂੰ ਫੇਰ ਖੜਾ ਕਰ ਲਓ। ਮੈਨੂੰ ਇਹ ਦੱਸੇ ਨੇ ਕਿ ਪਰਚਾ ਨਵਾਂ ਕੀਤਾ ਇਹਨਾਂ ਨੇ ਜਾਂ ਫਿਰ ਸਪਲੀਮੈਂਟਰੀ ਚਲਾਨ ਪਹਿਲਾਂ ਵਾਲੇ ਪਰਚੇ ਦੇ ਵਿੱਚ ਕਰਤਾ। ਇਹ ਚੀਜ਼ ਦੀ ਕਲੈਰਿਟੀ ਲੈਣੀ ਜ਼ਰੂਰੀ ਹੈ, ਅਦਰਵਾਈਜ਼ ਇਟਸ ਵੈਰੀ ਅਨਕਨਸਟੀਟਿਊਸ਼ਨਲ। ਅਗਲਾ ਇਹ ਹੈ ਕਿ ਗਰਾਊਂਡ ਆਫ ਅਰੈਸਟ ਪੁੱਛਣਾ, ਜੇ ਕਿਸੇ ਬੰਦੇ ਨੂੰ ਕੋਈ ਪੁਲਿਸ ਅਰੈਸਟ ਕਰਨਾ ਆਵੇ ਤੇ ਬੰਦਾ ਗਰਾਊਂਡ ਆਫ ਅਰੈਸਟ ਪੁੱਛ ਸਕਦਾ ਹੈ। ਖੈਰਾ ਸਾਹਿਬ ਨੇ ਗਰਾਊਂਡ ਆਫ ਅਰੈਸਟ ਪੁੱਛਿਆ, ਪੁਲਿਸ ਨੇ ਦੱਸਿਆ ਨਹੀਂ। ਮੈਂ ਸੰਘੇੜਾ ਸਾਹਿਬ ਨੂੰ ਪੁੱਛੂੰਗਾ, ਸੰਘੇੜਾ ਸਾਹਿਬ ਗਰਾਊਂਡ ਆਫ ਅਰੈਸਟ ਕੀ ਹੈ, ਕੀ ਮਿਲਿਆ। ਦੂਜੀ ਗੱਲ, ਮੈਂ ਇਹਨਾਂ ਨੂੰ ਇਹ ਪੁੱਛਦਾ ਕਿ 6 ਵਜੇ ਇੱਕ 3 ਵਾਰ MLA ਜਿਹੜੇ ਬਣੇ ਹੋਏ ਹੈ, ਉਹ ਲੀਡਰ ਦੇ ਘਰੇ ਪਹੁੰਚ ਕੇ, ਜਿਹੜੇ ਫਾਰਮਰ ਲੀਡਰ ਆਫ ਆਪੋਜੀਸ਼ਨ ਹੈ ਤੁਹਾਡੀ ਪਾਰਟੀ ਦੇ ਸੀਗੇ, ਤੇ ਉਹਨਾਂ ਦੇ ਘਰ ਦੇ ਵਿੱਚ ਵੜਨਾ, ਉਹਨਾਂ ਦੇ ਬੈਡਰੂਮ ਦੇ ਵਿੱਚ ਵੜਨਾ, ਜਿੱਥੇ ਮਹਿਲਾਵਾਂ ਨੇ, ਉਹਨਾਂ ਦੀ ਵਾਈਫ ਸੀ, ਉਹਨਾਂ ਦੀ ਡਾਟਰ ਇਨ ਲਾਅ ਨੂੰਹ ਸੀ, ਉਹਨਾਂ ਦਾ ਪੋਤਾ ਸੀ, ਉਹਨਾਂ ਦੇ ਬੱਚੇ ਸੀ। ਤੇ ਮਤਲਬ ਕਿ ਇੱਥੋਂ ਇੱਕ ਗੱਲ ਝਲਕਦੀ ਹੈ ਖੁੱਲੇਆਮ ਸ਼ਰੇਆਮ ਗੌਰਵ ਜੀ, ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੋਲੀਟੀਕਲ ਵੈਂਡੇਟਾ ਕਰ ਰਹੀ ਹੈ ਤੇ ਇੱਕ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਸਾਨੂੰ ਸਵਾਲ ਕਰੋਗੇ ਤੇ ਤੁਹਾਡੇ ਨਾਲ ਖੁੱਲੇਆਮ ਸ਼ਰੇਆਮ ਪੋਲੀਟੀਕਲ ਵੈਂਡੇਟਾ ਹੋਊਗਾ। ਮੈਂ ਇੱਕ ਛੋਟਾ ਜਿਹਾ ਸਵਾਲ ਤੁਹਾਨੂੰ ਪੁੱਛਣਾ ਚਾਹ ਰਿਹਾ। ਤੁਸੀਂ ਇੱਕ ਵੀਡੀਓ ਕਲਿੱਪ ਸੁਣਾਈ ਹੈ, ਉਸ ਸਮੇਂ ਬਦਲਾਖੋਰੀ ਦੇ ਇਲਜ਼ਾਮ ਆਮ ਆਦਮੀ ਪਾਰਟੀ ਲਗਾ ਰਹੀ ਸੀ, ਪਰ ਉਹਨਾਂ ਨੂੰ ਨਕਾਰ ਰਹੀ ਸੀ ਕਾਂਗਰਸ। ਇਹੀ ਹੋ ਰਿਹਾ ਸੀ, ਅੱਜ ਬਿਲਕੁਲ ਰਿਵਰਸ ਹੋ ਗਿਆ। ਬਿਲਕੁਲ ਗਲਤ। ਮੈਂ ਦੱਸਦਾ, ਸਾਡੀ ਜਦੋਂ ਕੇਸ ਹੋਇਆ ਨਾ PMLA ਦਾ, ਉਹ ਸਟੇਟ ਸਰਕਾਰ ਦਾ, ਸਟੇਟ ਪੁਲਿਸ ਦਾ ਕੋਈ ਕੰਸਰਨ ਹੀ ਨਹੀਂ ਸੀਗਾ। ਉਹ ਤਾਂ ED ਇਨਵੋਲਵ ਹੋਈ ਸੀ, ਇਨਫੋਰਸਮੈਂਟ ਡਾਇਰੈਕਟੋਰੇਟ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਵਿੱਚ। ਸੋ ਆ ਕੇਸ ਵਿਦ ਦੈਟ ਕੇਸ ਇਜ਼ ਇੰਟਾਇਰਲੀ ਡਿਫਰੈਂਟ। ਦੂਜੀ ਗੱਲ, ਸਵਾਲ ਤਾਂ ਇਹ ਹੈ ਵੀ CM ਸਾਹਿਬ ਦੇ ਪਹਿਲਾਂ ਵਾਲੇ ਬਿਆਨ ਨੂੰ ਸੱਚ ਮੰਨੀਏ ਕਿ ਅੱਜ ਵਾਲੇ ਬਿਆਨ ਨੂੰ ਸੱਚ ਮੰਨੀਏ, ਤੇ ਸਟੈਂਡ ਬਦਲ ਕਿਵੇਂ ਗਿਆ। ਠੀਕ ਹੈ, ਚਲੋ ਆਪਾਂ ਜਵਾਬ ਲਈਏ। ਲਾਸਟ ਪੁਆਇੰਟ, ਮੇਰਾ ਲਾਸਟ ਪੁਆਇੰਟ ਹੈ, ਤੁਸੀਂ ਬਹੁਤ ਲੰਬਾ ਟਾਈਮ ਆਲਰੇਡੀ ਲੈ ਲਿਆ। ਲਾਸਟ ਪੁਆਇੰਟ ਹੀ ਹੈ
ਗੌਰਵ ਜੀ ਇਹ ਸਵਾਲ ਲਿਓ ਸੰਘੇੜਾ ਸਾਹਿਬ ਤੋਂ ਵੀ ਸਿੱਟ ਇਨਵੈਸਟੀਗੇਟ ਕਰ ਰਹੀ ਹੈ, ਸਿੱਟ ਦਾ ਕੇਸ ਹੈ ਜੀ, ਸਿੱਟ ਅਰੈਸਟ ਕਿਉਂ ਨਹੀਂ ਕਰਨ ਆਈ? ਤੇ ਜਦੋਂ ਮੀਡੀਆ ਬਰੀਫਿੰਗ ਦੀ ਵਾਰੀ ਆਈ ਗੌਰਵ ਜੀ, ਉਦੋਂ ਪੁਲਿਸ ਨੇ ਮੀਡੀਆ ਬਰੀਫਿੰਗ ਨਹੀਂ ਕੀਤੀ, ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਮੀਡੀਆ ਬਰੀਫਿੰਗ ਕੀਤੀ। ਇੱਥੋਂ ਇੱਕ ਚੀਜ਼ ਚਲੋ ਤੁਹਾਨੂੰ ਉਸ ਦੇ ਉੱਤੇ ਵੀ ਇਤਰਾਜ਼ ਹੈ, ਚਲੋ ਆਪਾਂ ਜਵਾਬ ਲੈ ਲੈਣਾ, ਬਹੁਤ ਸਾਰੇ ਤੁਹਾਡੇ ਇਕੱਠੇ ਹੋ ਗਏ ਨੇ ਪੁਆਇੰਟ, ਮੈਂ ਇੱਕ ਵਾਰੀ ਸਾਰਿਆਂ ਦਾ ਰੁਖ ਕਰ ਲਵਾਂ, ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਆਵਾਂਗਾ। ਸੰਘੇੜਾ ਸਾਹਿਬ, ਇਹ ਬਦਲਾਖੋਰੀ ਦੀ ਸਿਆਸਤ ਹੈ, ਇਹ ਕਾਂਗਰਸ ਦਾ ਇਲਜ਼ਾਮ ਹੈ ਆਮ ਆਦਮੀ ਪਾਰਟੀ ਦੇ ਉੱਤੇ। ਪੁਆਇੰਟ ਇਹ ਵੀ ਹੈ ਕਿ 2017 ਚ ਜਿਨ੍ਹਾਂ ਦੇ ਹੱਕ ਦੇ ਵਿੱਚ ਸੀ, ਅੱਜ ਕਿਉਂ ਉਹਨਾਂ ਦੇ ਖਿਲਾਫ ਇਸ ਤਰੀਕੇ ਦੇ? ਮੈਂ ਪਹਿਲਾਂ ਹੀ ਕਹਿ ਦਿੱਤਾ ਕਿ ਰਿਵਰਸ ਹੋ ਗਿਆ ਸਾਰਾ ਕੁਝ, ਜੋ ਹੱਕ ਦੇ ਵਿੱਚ ਸੀ ਉਹ ਅੱਜ ਖਿਲਾਫ ਨੇ, ਜੋ ਖਿਲਾਫ ਸੀ ਉਹ ਹੱਕ 'ਚ ਨੇ। ਗੌਰਵ ਜੀ, ਖਡਿਆਲ ਸਾਹਿਬ ਨਾ ਇਹਨੂੰ ਸੈਂਸੇਸ਼ਨਲ ਬਣਾ ਰਹੇ ਹੈ। ਜਿਹੜਾ ਕੇਸ ਹੈ ਇਹ ਬਿਲਕੁਲ ਡਰੱਗ ਤਸਕਰੀ ਦਾ ਕੇਸ ਹੈ ਔਰ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਕੇਸ ਹੈ। ਇਹਦੇ ਜਿਹੜੇ ਪਾਕਿਸਤਾਨ ਤੋਂ ਲੈ ਕੇ ਇਹਦੀਆਂ ਤਾਰਾਂ ਜਿਹੜੀਆਂ ਆ ਉਹ ਇੰਗਲੈਂਡ ਤੱਕ ਜੁੜੀਆਂ ਹੋਈਆਂ ਆ, ਮਨੀ ਲਾਂਡਰਿੰਗ ਵੀ ਇਹ 'ਚ ਇਨਵੋਲਵਡ ਹੈ, ਹੋਰ ਕਈ ਕੁਛ ਹੈ, ਸਫੀਸ਼ੀਐਂਟ ਐਵੀਡੈਂਸ ਹੈ। ਇਹ ਕੇਸ ਕਦੀ ਵੀ ਨਹੀਂ ਖਤਮ ਹੋਇਆ। ਖਡਿਆਲ ਸਾਹਿਬ ਝੂਠ ਬੋਲ ਰਹੇ ਨੇ ਕਿ ਕੇਸ ਸੁਪਰੀਮ ਕੋਰਟ ਨੇ ਖਤਮ ਕਰਤਾ। ਐਡਵੋਕੇਟ ਹੁੰਦੇ ਹੋਏ ਇਹਨਾਂ ਨੂੰ ਇੰਨਾ ਝੂਠ ਨਹੀਂ ਬੋਲਣਾ ਚਾਹੀਦਾ। ਨਹੀਂ, ਤੁਸੀਂ ਕਹਿੰਦਾ ਸਟੇ ਮੀਨਸ ਖਤਮ ਹੋ ਗਿਆ। ਹਾਂ, ਆਰਡਰ ਸਟੇ ਕੀਤਾ, ਇੱਕ ਸਿਰਫ ਸੰਮਨ ਜਿਹੜੇ ਸੀ ਉਹਨਾਂ ਤੇ ਸਟੇ ਆਰਡਰ ਕੀਤਾ ਆ, ਪੂਰੇ ਕੇਸ ਤੇ ਨਹੀਂ ਕੀਤਾ। ਮੈਂ ਇਹਨਾਂ ਦਾ ਝੂਠ ਇਸ ਗੱਲ ਤੋਂ ਹੀ ਸਾਬਤ ਕਰ ਦਿੰਦਾ ਆ। ਖਹਿਰਾ ਸਾਹਿਬ ਨੇ ਇੱਕ ਐਪਲੀਕੇਸ਼ਨ ਦਿੱਤੀ ਆ ਕਿ ਮੈਨੂੰ ਬਾਹਰ ਜਾਣ ਦੀ ਆਗਿਆ ਦਿੱਤੀ ਜਾਵੇ ਅਦਾਲਤ ਵਿੱਚ। ਉਹ ਕਿਹੜੇ ਕੇਸ 'ਚ ਦਿੱਤੀ ਆ ਖਡਿਆਲ ਸਾਹਿਬ? ਉਸ ਤੋਂ ਬਾਅਦ 2 ਵਾਰੀ ਅਦਾਲਤ ਨੇ ਇਹਨਾਂ ਨੂੰ ਸੱਦਿਆ ਕਿ ਦੱਸੋ ਤੁਸੀਂ, ਇੱਕ ਤਾਂ ਵੀਜ਼ਾ ਦਿਖਾਓ ਇੰਨੀ ਤਰੀਕ ਤੱਕ, ਜਿਹੜਾ ਤੁਸੀਂ ਕਹਿੰਦੇ ਇੰਨੀ ਤੋਂ ਇੰਨੀ ਤੱਕ ਜਾਣਾ ਆ। ਨੰਬਰ 2 ਤੇ ਜਿਹੜੇ ਕਮਰੇ ਤੁਸੀਂ ਜਾਣਾ ਆ ਉਹਦੀ ਉੱਥੇ ਅਪਾਇੰਟਮੈਂਟ ਦਿਖਾ ਲਓ, ਡਾਕਟਰ ਦਾ ਨਾਂ ਕੀ ਆ, ਹੋਰ ਕੀ ਆ, ਇਨਫੋਰਮੇਸ਼ਨ ਅਦਾਲਤ ਨੇ ਮੰਗੀ, ਇਹਨਾਂ ਨੇ ਇਨਫੋਰਮੇਸ਼ਨ ਨਹੀਂ ਦਿੱਤੀ। ਇਹ ਐਵੇਂ ਹੀ ਹੁਣ ਕਹੀ ਜਾਣਾ ਜੀ ਕੇਸ ਖਤਮ ਹੋ ਗਿਆ, 8 ਸਾਲ ਪੁਰਾਣਾ ਕੇਸ ਹੋ ਗਿਆ, ਸਜ਼ਾ ਨਹੀਂ। ਮੈਂ ਬੋਲਿਆ ਨਾ, ਮੈਂ ਤੁਹਾਡੇ ਵਿੱਚ ਨਹੀਂ ਬੋਲਿਆ। ਮੈਂ ਰਿਕੁਐਸਟ ਇੱਕ ਵੀ ਕਨਵਿਕਸ਼ਨ ਹੋ ਗਈ ਆ, ਕੋਈ ਗੱਲ ਨਹੀਂ ਹੈਗੀ ਖਡਿਆਲ ਸਾਹਿਬ। ਮੈਂ ਕਹਿੰਦਾ ਮੈਂ ਤੁਹਾਡੇ ਬਿਲਕੁਲ ਨਹੀਂ ਬੋਲਿਆ, ਜਿਹੜਾ ਇਹ ਕਹਿੰਦੇ ਸਜ਼ਾ ਹੋ ਗਈ, ਹੋਈ ਆ ਸਜ਼ਾ। 3 ਸਾਲ ਤੋਂ ਲੈ ਕੇ 20 ਸਾਲ ਤੱਕ ਸਜ਼ਾ ਹੋਈ ਆ। ਔਰ ਜਿਹੜੇ ਵਿਅਕਤੀ ਗੁਰਦੇਵ ਸਿੰਘ ਨਾਲ ਤੇ ਇੱਕ ਹੋਰ ਵਿਅਕਤੀ ਜਿਨ੍ਹਾਂ ਦੇ ਨਾਲ ਖਹਿਰਾ ਸਾਹਿਬ ਵੀ ਉਸ ਕੜੀ ਦੇ ਵਿੱਚ ਫਸਦੇ ਨੇ, ਉਹਨਾਂ ਨੂੰ ਵੀ 10-10 ਸਾਲ ਸਜ਼ਾ ਹੋਈ ਹੈ। ਔਰ ਹੋਇਆ ਕਿਸ ਤਰ੍ਹਾਂ ਹੈ ਕਿ ਜਦੋਂ ਕੇਸ ਕਨਕਲੂਜਨ ਤੇ ਆਉਣ ਲੱਗਾ, ਜੱਜ ਸਾਹਿਬ ਜੱਜਮੈਂਟ ਲਿਖ ਰਹੇ ਸੀਗੇ, ਗਵਾਹਾਂ ਨੇ ਵੀ ਇਹਨਾਂ ਦਾ ਨਾਮ ਲਿਆ, ਤਾਂ ਜੱਜ ਸਾਹਿਬ ਨੇ ਕਿਹਾ ਵੀ ਇੱਕ ਸੁਖਪਾਲ ਖਹਿਰਾ ਨਾਮ ਦੇ ਵਿਅਕਤੀ ਦਾ ਨਾਮ ਵਿੱਚ ਆ ਰਿਹਾ ਹੈ, ਬਾਰ-ਬਾਰ ਉਹ ਕੜੀ ਦੇ ਵਿੱਚ ਹਿੱਸਾ ਨੇ, ਉਹਨਾਂ ਨੂੰ ਨਾਮਜ਼ਦ ਕਿਉਂ ਨਹੀਂ ਕੀਤਾ? ਉਹਨਾਂ ਨੇ ਆਪਣੇ ਫੈਸਲੇ 'ਚ ਲਿਖਿਆ ਕਿ ਇਹਨਾਂ ਨੂੰ ਸੰਮਨ ਕਰਨਾ ਚਾਹੀਦਾ, ਟ੍ਰਾਇਲ ਕਰੋ ਇਹਨਾਂ ਦੇ। ਔਰ ਉਸ ਵੇਲੇ ਸਰਕਾਰ ਨੇ ਵੀ ਇੱਕ ਐਪਲੀਕੇਸ਼ਨ ਦਿੱਤੀ, ਕਾਂਗਰਸ ਸਰਕਾਰ ਨੇ। ਸੋ ਉਹ ਸੰਮਨ ਵਿਰੁੱਧ ਖਹਿਰਾ ਸਾਹਿਬ ਗਏ ਆ, ਪਹਿਲਾਂ ਹਾਈ ਕੋਰਟ ਗਏ ਆ, ਸੁਪਰੀਮ ਕੋਰਟ ਗਏ। ਰਹੀ ਗੱਲ ਕਹਿੰਦੇ ਕਿਹੜੇ ਬੇਸ ਦੇ ਉੱਤੇ ਗ੍ਰਿਫਤਾਰ ਕਰ ਲਿਆ ਹੁਣ, ਉਹ ਉਸੇ ਮੈਂ ਦੱਸਦਾ ਉਹਦੇ ਤੇ ਵੀ। ਰਹੀ ਗੱਲ ਜਿਹੜੀ ਖਡਿਆਲ ਸਾਹਿਬ ਨੇ ਪਹਿਲਾਂ ਬੜੀ ਵੀਡੀਓ ਚਲਾਈ ਹੈ ਤੇ ਕਈ ਦਿਨਾਂ ਦੀ ਡਿਸਕਸ ਹੋ ਰਹੀ ਆ, ਉਸ ਵੇਲੇ ਖਹਿਰਾ ਸਾਹਿਬ LOP ਸੀਗੇ, ਜੋ ਖਹਿਰਾ ਸਾਹਿਬ ਨੇ ਸਾਨੂੰ ਇਨਪੁਟ ਦਿੱਤੀ, ਸਾਡੇ ਰਿਸੋਰਸਿਸ ਉਹਨੇ ਨਹੀਂ ਸੀਗੇ, ਅਸੀਂ ਆਪੋਜੀਸ਼ਨ ਸੀਗੇ। ਖਹਿਰਾ ਸਾਹਿਬ ਨੇ ਜੋ ਇਨਪੁਟ ਦਿੱਤੀ ਤੇ ਨੈਚੁਰਲੀ ਅਸੀਂ ਟਰਸਟ ਕਰਨਾ ਸੀ, ਦੂਜੇ ਪਾਸਿਓਂ ਕੋਈ ਇਨਪੁਟ ਨਹੀਂ ਸੀਗੀ, ਅਸੀਂ ਇਸ ਕਰਕੇ ਉਹਨਾਂ ਦੇ ਯਕੀਨ ਕਰਕੇ ਉਹਨਾਂ ਦੀ ਸਪੋਰਟ ਕੀਤੀ, ਨਾਲ ਲੀਗਲ ਹੈਲਪ। ਤੁਸੀਂ ਨਸ਼ੇ ਦੇ ਖਿਲਾਫ ਵੱਡਾ ਐਕਸ਼ਨ ਮੰਨ ਰਹੇ ਹੋ ਇਸ ਨੂੰ? ਹਾਂ, ਉਦੋਂ ਉਸ ਤੋਂ ਬਾਅਦ ਜਦੋਂ ਹਾਈ ਕੋਰਟ 'ਚ ਗਏ, ਜਿੱਦਾਂ ਖਹਿਰਾ ਸਾਹਿਬ ਨੇ ਦੱਸਿਆ ਸੀ ਕਿ 2 ਮਿੰਟ ਦੀ ਗੱਲ ਹੈ, 2 ਮਿੰਟ ਦੀ ਗੱਲ ਹੈ, ਸਾਨੂੰ ਡੀਟੇਲ ਪਤਾ ਲੱਗਣ ਲੱਗੀਆਂ, ਤੇ ਉਹ ਉਸ ਤਰ੍ਹਾਂ ਦੀ ਗੱਲ ਨਹੀਂ ਸੀਗੀ। ਸ਼ੱਕ ਪੈਦਾ ਹੋਣ ਲੱਗਿਆ, ਅਲਟੀਮੇਟਲੀ ਉਹਨਾਂ ਨੂੰ ਅਸੀਂ ਹੋਰ ਪੁੱਛ ਪੜਤਾਲ ਕੀਤੀ, ਉਹ ਸਾਨੂੰ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਰਲ ਗਏ, ਕਿਉਂਕਿ ਉਹਨਾਂ ਨੇ ਕਹਿਤਾ ਅਸੀਂ ਕੋਈ ਗੱਲ ਨਹੀਂ, ਸਾਰਾ ਕੁਝ ਮਤਲਬ ਦੂਜੇ ਪਾਸੇ ਨੂੰ ਚੱਲ ਪਿਆ। ਉਹਦਾ ਕਾਰਨ ਇਹ ਸੀਗਾ ਉਸ ਵੇਲੇ ਜਿੰਨੀ ਇਨਪੁਟ ਸੀ ਉਹਦੇ ਬਾਰੇ ਦੱਸਿਆ ਗਿਆ। ਔਰ ਜਿਹੜੀ ਸਿੱਟ ਹੈ, ਸਿੱਟ ਦੀ ਵੀ ਕਨਵਰਸੇਸ਼ਨ ਲਿਖਾ ਪੜੀ ਅਦਾਲਤ ਦੇ ਨਾਲ ਚੱਲ ਰਹੀ ਹੈ, ਅਦਾਲਤ SIT ਨਾਲ ਕਨਵਰਸੇਸ਼ਨ ਕਰ ਰਹੀ ਹੈ। ਇਹ ਕਹਿੰਦੇ ਸਿੱਟ ਕਾਤੇ ਬਣਾਤੀ, ਕੋਈ 8 ਸਾਲ ਪੁਰਾਣਾ ਕੇਸ ਨਹੀਂ ਹੈ। ਇਹ ਕੇਸ ਪੁਰਾਣਾ ਇਦਾਂ ਨਹੀਂ ਹੁੰਦਾ, ਚਾਹੇ 15 ਸਾਲ ਚੱਲਦਾ ਰਹੇ, 20-20 ਸਾਲ ਦੇ ਕੇਸਾਂ 'ਚ ਜਿਹੜੇ ਪਹਿਲਾਂ ਕਿਤੇ ਝੂਠੇ ਪੁਲਿਸ ਮੁਕਾਬਲੇ ਹੋਏ ਜਾਂ ਹੋਰ ਹੋਏ ਆ, ਲੋਕਾਂ ਨੂੰ ਸਜ਼ਾ ਹੋਈ ਆ। ਜਦੋਂ ਕੇਸ ਇੱਕ ਵਾਰੀ ਸ਼ੁਰੂ ਹੋ ਜਾਂਦਾ ਹੈ ਨਾ, ਉਹ ਇਦਾਂ ਨਹੀਂ ਤੁਸੀਂ ਕਹਿ ਸਕਦੇ ਕਿ 8 ਸਾਲ ਬਾਅਦ ਚੱਕ ਲਿਆ, ਉਹ ਚੱਲੀ ਜਾਂਦਾ। ਉਹਦੇ 'ਚ ਡਿਲੇ ਹੋਈ ਆ, ਡਿਲੇ ਇੱਕ ਬੰਦਾ ਅਪੀਲ 'ਚ ਚੱਲ ਜਾਂਦਾ ਆ, ਉਹਦੇ ਨਾਲ ਡਿਲੇ ਹੁੰਦੀ ਰਹਿੰਦੀ, ਆਪਣੇ ਡਿਲੇ ਤਾਂ ਹੈਗਾ ਹੀ ਅਦਾਲਤੀ ਪ੍ਰੋਸੀਜਰ 'ਚ। ਨਹੀਂ ਇਦਾਂ ਉਂਗਲਾਂ ਸਾਰੇ ਤੋਂ ਇੱਕ ਵਾਰੀ ਜਵਾਬ ਮੈਂ ਕਹਿੰਦਾ ਇਹਨਾਂ ਨੇ ਬਿਲਕੁਲ ਝੂਠ ਬੋਲਿਆ।
ਇਹ ਕੇਸ ਜਿਹੜਾ ਡਰੱਗ ਤਸਕਰੀ ਦਾ ਕਲੀਅਰ ਕੱਟ ਕੇਸ ਜੀ। ਹੈ, ਕੋਈ ਵੈਂਡੇਟਾ ਦੀ ਗੱਲ ਨਹੀਂ, ਕੋਈ ਹੋਰ ਗੱਲ ਨਹੀਂ ਠੀਕ ਹੈ, ਚਲੋ ਮੈਂ ਵਾਪਸ ਔਰ ਇਹਦੇ ਆਉਣਾ ਚ ਅਦਾਲਤੀ ਜੀ। ਟ੍ਰਾਇਲ ਹੋਣਾ ਆ, ਜੀ, ਜੀ। ਅਦਾਲਤੀ ਟ੍ਰਾਇਲ ਨਾਲੇ ਖੜਿਆਲ ਸਾਹਿਬ ਵਕੀਲ ਨੇ, ਜੀ। ਕਾਬਲ ਵਕੀਲ ਨੇ। ਠੀਕ ਹੈ। ਸੁਪਰੀਮ ਕੋਰਟ ਕਦੀ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੰਦਾ। ਜਿਹੜੀ ਚੀਜ਼ ਦੀ ਟ੍ਰਾਇਲ ਹੀ ਨਹੀਂ ਹੋਏ, ਠੀਕ ਹੈ। ਜੇ ਟ੍ਰਾਇਲ ਕੋਰਟ ਚੋਂ ਖਹਿਰਾ ਸਾਹਿਬ ਨੂੰ ਸਜ਼ਾ ਹੋਊਗੀ ਫਿਰ ਸੁਪਰੀਮ ਕੋਰਟ ਜਾਣਗੇ ਨਾ, ਫਿਰ ਸੁਪਰੀਮ ਕੋਰਟ ਕਲੀਨ ਚਿੱਟ ਦੇ ਸਕਦਾ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕਦੀ ਵੀ ਇਨਕੁਆਇਰੀ ਕਰਨ ਤੋਂ ਕੋਈ ਵੀ ਅਦਾਲਤ ਨਹੀਂ ਰੋਕਦੀ। ਆਈਏਓ ਤੇ ਕਦੀ ਸਟੇ ਨਹੀਂ ਹੁੰਦਾ। ਠੀਕ ਹੈ। ਰਾਦਰ ਇਹ ਕਿਹਾ ਗਿਆ ਚਲੋ ਛੋਟਾ ਜਿਹਾ ਕਿ ਪੁਲਿਸ ਠੀਕ ਹੈ। ਇਨਕੁਆਇਰੀ ਕਰ ਸਕਦੀ ਹੈ ਜੀ, ਜੀ। ਜੇ ਡਰੱਗ ਠੀਕ ਹੈ, ਸਿੰਗੜਾ ਸਾਹਿਬ ਤੁਸੀਂ ਆਪਣਾ ਪੁਆਇੰਟ ਰੱਖ ਲਿਆ, ਮੈਂ ਬਾਕੀ ਮਹਿਮਾਨਾਂ ਨੂੰ ਐਡ ਕਰ ਨਹੀਂ ਹੈ ਸਮਣ ਦਾ ਟਾਈਮ ਤੇ ਸਬਜੈਕਟ ਚਲਾਨ ਮੈਂ ਬਾਕੀ ਮਹਿਮਾਨਾਂ ਨੂੰ ਐਡ ਕਰ ਲਵਾਂ। ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ। ਖੜਿਆਲ ਜੀ ਥੋੜਾ ਜਿਹਾ ਵੇਟ ਕਰਿਓ, ਇੱਕ ਵਾਰੀ ਸਭ ਨੂੰ ਐਡ ਕਰ ਲਵਾਂ। ਮੈਂ ਦੀਪਾ ਜੀ ਦਾ ਰੁਖ ਕਰਦਾ। ਦੀਪਾ ਜੀ, ਅਕਾਲੀ ਦਲ ਨੂੰ ਇਸ ਪੂਰੇ ਮਾਮਲੇ 'ਚ ਕੀ ਨਜ਼ਰ ਆ ਰਿਹਾ ਹੈ? ਬਿਕਰਮ ਮਜੀਠੀਆ ਨੂੰ ਵੀ ਅਸੀਂ ਸੁਣਿਆ, ਕਹਿੰਦੇ ਕਾਂਗਰਸ ਨੇ ਪਿਰਤ ਪਾਈ ਸੀ, ਅੱਜ ਘੁੰਮ ਕੇ ਗੱਲ ਉੱਥੇ ਆ ਕੇ ਖੜੀ ਹੈ ਕਿ ਕਾਂਗਰਸ ਦੇ ਨਾਲ ਅਕਾਲੀ ਦਲ ਖੜਾ ਜਾਂ ਬਿਕਰਮ ਮਜੀਠੀਆ ਤੱਕ ਉਹ ਸਟੇਟਮੈਂਟ ਸੀਮਿਤ ਹੈ? ਦੇਖੋ, ਅਸੀਂ ਖੜੇ ਤਾਂ ਕਿਸੇ ਨਾਲ ਨਹੀਂ, ਪਰ ਮੋਟੇ ਤੌਰ ਤੇ ਲੱਗ ਰਿਹਾ ਹੈ ਕਿ ਬਦਲਾਖੋਰੀ ਦੀ ਭਾਵਨਾ ਨਾਲ ਹੀ ਇਹ ਗ੍ਰਿਫਤਾਰੀ ਹੋਈ ਹੈ। ਕਿਉਂਕਿ ਆਪਾਂ ਨੂੰ ਪਤਾ ਕਿ ਸੁਖਪਾਲ ਸਿੰਘ ਖਹਿਰਾ ਬੇਬਾਕ ਬੋਲਦਾ ਹੈ, ਆਪਦਾ ਵਿਚਾਰ ਰੱਖਦਾ, ਖੁੱਲ ਕੇ ਰੱਖਦਾ, ਕਿਸੇ ਨੂੰ ਮਾੜਾ ਲੱਗੇ ਚੰਗਾ ਲੱਗੇ। ਤੁਹਾਡੇ ਖਿਲਾਫ ਵੀ ਬਹੁਤ ਬੋਲਦੇ ਆ। ਹਾਂ, ਸਾਡੇ ਖਿਲਾਫ ਵੀ ਬੋਲਦਾ, ਉਹ ਬੋਲਦਾ, ਉਹਨਾਂ ਦੀ ਆਪਦੀ ਇੱਕ ਸ਼ੈਲੀ ਹੈ। ਉਹ ਆਪਦੀ ਪਾਰਟੀ ਤੋਂ ਵੀ ਕਈ ਵਾਰੀ ਅੱਡ ਲਾਈਨ ਲੈ ਜਾਂਦੇ, ਉੱਥੇ ਵੀ ਗੱਲ ਕਰਾਂਗੇ। ਸੋ ਉਹ ਬੋਲਦੇ ਆ। ਔਰ ਪਿਛਲੇ ਦਿਨਾਂ 'ਚ ਮੈਂ ਜੋ ਸਮਝਦਾ ਕਿ ਕੀ ਕਾਰਨ ਹੋਇਆ ਕਿ ਹੁਣ ਹੀ ਕਿਉਂ ਇਹ ਗ੍ਰਿਫਤਾਰੀ ਹੋਈ। ਪਿਛਲੇ ਦਿਨਾਂ 'ਚ ਇਹਨਾਂ ਦੇ ਬਹੁਤ ਵੱਡੇ ਲੀਡਰ ਜਿਹੜੇ ਕਹਿੰਦੇ ਪੰਜਾਬ ਦੇ ਇੰਚਾਰਜ ਵੀ ਹੈ, MP ਵੀ ਹੈ, ਉਹਨਾਂ ਨੇ ਵਧਾਈ ਵੀ ਦਿੱਤੀ, ਰਾਘਵ ਚੱਡਾ ਜੀ ਨੂੰ ਉਹਨਾਂ ਦੇ ਵਿਆਹ ਦੀ। ਨਾਲ ਕੁਝ ਸਵਾਲ ਵੀ ਉਠਾਏ ਕਿ ਉਹਨਾਂ ਦੀ ਜਿਹੜੀ ITR ਰਿਟਰਨ ਹੈ ਉਹਦੇ 'ਚ ਕੋਈ 2.5 ਲੱਖ ਰੁਪਏ ਦੀ ਰਿਟਰਨ ਹੈ ਤੇ 10 ਲੱਖ ਦਾ ਕਮਰੇ ਦੀ ਗੱਲ ਕੀਤੀ। ਨਾਲ ਉਹਨਾਂ ਨੇ ਇੰਨੇ ਖਰਚੇ ਦੀ ਗੱਲ ਕੀਤੀ। ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਕਿਵੇਂ, ਉਹ ਸਾਰਿਆਂ ਨੇ ਕਿਹਾ ਕਿ ਪੰਜਾਬ ਪੁਲਿਸ ਕਿਵੇਂ 850 ਕਿਲੋਮੀਟਰ ਦੂਰ ਉਦੈਪੁਰ ਜਾ ਰਹੀ ਹੈ ਇਹਨਾਂ ਗੈਸਟਾਂ ਦੀ ਸਿਕਿਉਰਿਟੀ ਲਈ ਜਾਂ ਹੋਰ ਸ਼ੋਸ਼ੇਬਾਜ਼ੀ ਲਈ। ਇਹ ਵੀ ਸਾਰੀਆਂ ਗੱਲਾਂ ਕੀਤੀਆਂ। ਹੋ ਸਕਦਾ ਹੈ ਕਿਉਂਕਿ ਵੱਡੇ ਲੀਡਰ ਹੈ, ਦਿੱਲੀ ਬੈਠੇ, ਉੱਥੋਂ ਇੱਕ ਇਸ਼ਾਰੇ ਦੀ ਗੱਲ ਹੈ ਕਿ ਬਹੁਤ ਬੋਲਦਾ, ਇਹਦੀ ਮੂੰਹ ਬੰਦ ਕਰੋ, ਸਾਨੂੰ ਚੰਗਾ ਨਹੀਂ ਲੱਗਦਾ। ਹੋ ਸਕਦਾ ਤੁਹਾਡੀ ਸਪੋਰਟ ਨਜ਼ਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ? ਨਹੀਂ, ਸਪੋਰਟ ਸਾਡੀ ਕੋਈ ਨਹੀਂ, ਸਪੋਰਟ ਨਹੀਂ, ਪਰ ਇੱਕ ਦੇਖੋ ਆਪਾਂ ਇੱਕ ਐਨਾਲਿਸਿਸ ਵੀ ਕਰਦੇ ਆ। ਇਹ ਨਹੀਂ ਗੱਲ ਕਿ ਬਿਲਕੁਲ ਆਪਾਂ ਕੋਈ ਹੁਣ ਉਹ ਤਰ੍ਹਾਂ ਲੈ ਲਾਂਗੇ। ਬਿਲਕੁਲ ਬਦਲਾਖੋਰੀ ਦੀ ਭਾਵਨਾ ਇਹਦੇ 'ਚ ਨਜ਼ਰ ਆ ਰਹੀ ਹੈ। ਇਹ ਆਪਾਂ ਇਸ ਕੇਸ ਦੇ ਵਿੱਚ ਨਹੀਂ, ਹੋਰ ਵੀ ਕੇਸਾਂ 'ਚ ਵੇਖਿਆ ਕਿ ਭਗਵੰਤ ਮਾਨ ਇਸ ਚੀਜ਼ ਦਾ ਦਿਲੋਂ ਰੱਖਦਾ ਹੈ। ਉਹ ਜਿਹੜੀ ਹੈ ਨਾ ਇੱਕ ਕਿਹੜੇ ਲਈ ਰੱਖਦਾ ਹੈ। ਮਨਪ੍ਰੀਤ ਬਾਦਲ ਵਾਲਾ ਵੀ ਕੇਸ ਹੈ। ਮੈਂ ਨਹੀਂ ਕਹਿੰਦਾ ਕਿ ਲੀਡਰਾਂ ਨੇ ਕਰਪਸ਼ਨ ਕੀਤੀ ਹੈ, ਕਾਂਗਰਸ ਵਾਲੇ ਬਹੁਤ ਲੁੱਟਿਆ ਪੰਜਾਬ ਨੂੰ। ਮੈਂ ਨਹੀਂ ਕਹਿੰਦਾ ਜਿੰਨੇ ਵੀ ਲੀਡਰ ਗਏ ਆ ਉਹਨਾਂ ਦੀ ਪਰਸੈਪਸ਼ਨ ਤਾਂ ਬਣੀ ਹੋਈ ਹੈ। ਉਸ ਤੋਂ ਵੀ ਅਗਲਾ ਇੱਕ ਸਟੈਪ ਹੈ ਨਾ, ਕਿਉਂਕਿ ਇਹ ਡਰੱਗ ਪੈਡਲਿੰਗ ਦੇ ਨਾਲ, ਤਸਕਰੀ ਦੇ ਨਾਲ ਜੁੜਿਆ ਕੇਸ ਹੈ। ਦੇਖੋ, ਇੰਨਾ ਪੁਰਾਣਾ ਕੇਸ ਹੈ। ਸੁਪਰੀਮ ਕੋਰਟ ਤੱਕ ਜਦੋਂ ਬੇਲਾਂ ਮਿਲ ਜਾਣ ਉਸ ਤੋਂ ਬਾਅਦ ਉਹਨੂੰ ਖੋਲ ਕੇ ਕਰਨਾ। ਔਰ ਸਿੱਟ ਜੇ ਬਣਾਈ ਹੈ, ਸਿੱਟ ਐਡੇ ਲੀਡਰ ਨੂੰ ਬੁਲਾ ਵੀ ਸਕਦੀ ਹੈ। ਹੋਰ ਵੀ ਸਿੱਟਾਂ ਬਣੀਆਂ ਬੜੇ ਕੇਸਾਂ ਦੇ ਵਿੱਚ। ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਵੀ ਬੁਲਾਇਆ ਉਹਨਾਂ ਨੇ, ਸੁਖਬੀਰ ਸਿੰਘ ਬਾਦਲ ਨੂੰ ਵੀ ਬੁਲਾਇਆ, ਹੋਰ ਵੀ ਇਹਨੂੰ ਬੁਲਾਉਂਦਾ। ਉਹਨਾਂ ਦਾ ਪੁੱਛੋ, ਫਿਰ ਕੁਝ ਕਰੋ। ਔਰ ਸਵੇਰੇ 6-6:30 ਵਜੇ ਪਰਿਵਾਰ ਦੇ ਵਿੱਚੋਂ ਬੰਦੇ ਨੂੰ ਚੱਕਣਾ, ਇਹ ਸਾਰੀਆਂ ਗੱਲਾਂ ਇਸ ਤਰ੍ਹਾਂ ਕਿ ਇਹ ਬਦਲਾਖੋਰੀ ਦੀ ਹੈ, ਉਹਦਾ ਮੂੰਹ ਬੰਦ ਕਰਾਉਣ ਦੀ ਗੱਲ ਹੈ। ਪਰ ਮੈਂ ਨਹੀਂ ਸਮਝਦਾ ਸੁਖਪਾਲ ਸਿੰਘ ਖਹਿਰਾ ਆਪਦਾ ਮੂੰਹ ਬੰਦ ਕਰੇਗਾ। ਉਹ ਆਪਦੀ ਗੱਲ ਰੱਖਦਾ ਰਹੂਗਾ। ਇਹ ਮੈਂ ਸਮਝਦਾ। ਠੀਕ ਹੈ, ਜੈਬਾਨ ਜੀ ਦਾ ਮੈਂ ਇੱਕ ਵਾਰ ਰੁਕ ਕਰਦਾ। ਸਾਡੇ ਨਾਲ BJP ਤੋਂ ਜੁੜੇ ਹੋਏ ਨੇ। ਜੈਬਾਨ ਜੀ, ਕਿ BJP ਨੂੰ ਵੀ ਇਸ ਦੇ ਵਿੱਚ ਕੋਈ ਬਦਲਾਖੋਰੀ ਨਜ਼ਰ ਆ ਰਹੀ ਹੈ ਜਾਂ ਕੋਈ ਵੱਖਰਾ ਐਂਗਲ ਤੁਸੀਂ ਇਸ ਪੂਰੇ ਕੇਸ ਦੇ ਵਿੱਚ ਦੇਖ ਰਹੇ ਹੋ? ਇਨਫੈਕਟ ਮੈਂ ਸੁਨੀਲ ਜਾਖੜ ਜੀ ਦੀ ਸਟੇਟਮੈਂਟ ਅਸੀਂ ਪਹਿਲਾਂ ਸੁਣਾਈ ਵੀ ਹੈ, ਤੁਹਾਡੇ ਪੰਜਾਬ ਪ੍ਰਧਾਨ ਨੇ, ਉਹਨਾਂ ਨੂੰ ਕੁਝ ਵੱਖਰਾ ਨਜ਼ਰ ਆ ਰਿਹਾ ਹੈ ਇਸ ਪੂਰੇ ਕੇਸ ਦੇ ਵਿੱਚ। ਹਾਲਾਂਕਿ ਉਹ ਬੇਸ਼ੱਕ ਸਰਕਾਰ ਵਾਲੇ ਪਾਸੇ ਉਹਨਾਂ ਨੂੰ ਸਪੋਰਟ ਤਾਂ ਕੋਈ ਨਹੀਂ ਕਰ ਰਹੇ, ਪਰ ਦੂਜੇ ਪਾਸੇ ਕਾਂਗਰਸ ਨੂੰ ਵੀ ਨਿਸ਼ਾਨੇ ਤੇ ਜ਼ਰੂਰ ਲੈ ਰਹੇ ਨੇ। ਹਾਂਜੀ, ਥੈਂਕ ਯੂ ਗੌਰਵ ਜੀ। ਆਵਾਜ਼ ਆ ਰਹੀ ਹੈ? ਜੀ ਬਿਲਕੁਲ ਸਰ, ਤੁਹਾਡੀ ਆਵਾਜ਼ ਆ ਰਹੀ ਹੈ। ਓਕੇ, ਗੁੱਡ। ਅੱਜ ਥੋੜੀ ਆਵਾਜ਼ ਠੀਕ ਹੈ। ਦੇਖੋ ਗੌਰਵ ਜੀ, ਮੈਂ 2 ਦਿਨਾਂ ਦੇ ਵਿੱਚ ਮੇਰਾ ਖਿਆਲ ਕੋਈ 6ਵੀਂ ਜਾਂ 7ਵੀਂ ਡਿਬੇਟ ਤੇ ਬੈਠਿਆ ਜੀ, ਤੇ ਮੈਂ ਹਰ ਡਿਬੇਟ ਦੇ ਵਿੱਚ ਮੈਂ ਕੋਸ਼ਿਸ਼ ਕਰਨਾ ਕਿ ਅਸੀਂ ਆਪਣੇ ਆਪ ਨੂੰ ਫੋਕਸਡ ਰੱਖੀਏ ਪ੍ਰਾਈਮ ਗੱਲ ਦੇ ਉੱਤੇ, ਜੋ ਹੈ ਡਰੱਗਸ। ਠੀਕ ਹੈ, ਪਰ ਅੱਜ ਮੈਨੂੰ ਬੜੀ ਖੁਸ਼ੀ ਹੋਈ ਸੀ ਜਿੱਦਾਂ ਤੁਸੀਂ ਡਿਬੇਟ ਸ਼ੁਰੂ ਕੀਤੀ ਸੀ ਕਿ ਇਹ ਕਹਿ ਕੇ ਮੈਂ ਸੋਚਿਆ ਕਿ ਅੱਜ ਦੀ ਡਿਬੇਟ ਜਿਹੜੀ ਉਹ ਡਰੱਗਸ ਦੇ ਉੱਤੇ ਹੋਏਗੀ, ਪਰ ਉਹਨੇ ਵੀ ਉਹ ਦੂਸਰਾ ਪਾਸਾ ਹੀ ਲੈ ਲਿਆ, ਪੋਲਿਟਿਕਸ ਦਾ ਪਾਸਾ ਲੈ ਲਿਆ ਜੀ। ਤੇ ਅੱਜ ਮੈਂ ਦੇਖਿਆ ਹੁਣ 23 ਮਿੰਟ ਹੋ ਗਏ ਤੁਹਾਡੀ ਡਿਬੇਟ ਦੇ ਵਿੱਚ, ਇੱਥੇ ਤੇ ਖੁੱਲ ਗਿਆ ਸੀਗਾ ਤੁਹਾਡੇ ਇੱਥੇ। ਇੱਕ ਪਾਸੇ ਪ੍ਰੋਸੀਕਿਊਟਰ ਬੈਠੇ ਸੰਗੇਰਾ ਸਾਹਿਬ, ਪਹਿਲੇ ਡਿਫੈਂਡੈਂਟ ਖੜਿਆਲ ਸਾਹਿਬ ਨੇ ਬੋਲਿਆ, ਫਿਰ ਸੰਗੇਰਾ ਸਾਹਿਬ ਨੇ ਬੋਲਿਆ ਐਜ਼ ਅ ਪ੍ਰੋਸੀਕਿਊਟਰ, ਤੇ 20-25 ਮਿੰਟ ਉਹਨਾਂ ਨੇ ਲੈ ਲਏ। ਤੇ ਗੌਰਵ ਜੀ, ਇਹ ਕੇਸ ਹੈਗਾ ਸਬ ਜੁਡਿਸ। ਮੇਰੇ ਹਿਸਾਬ ਦੇ ਨਾਲ ਸੁਖਪਾਲ ਖੇਰਾ ਇਜ਼ ਜਸਟ one of the many people who has been caught by the police and produced before the court. ਕੋਰਟ ਨੇ 2 ਦਿਨ ਦੀ ਰਿਮਾਂਡ ਦੇ ਦਿੱਤੀ ਹੈ।
ਤੇ ਇਹ ਡਰੱਗਸ ਦਾ ਕੇਸ ਚੱਲ ਰਿਹਾ ਹੈ, ਤੇ ਮੇਰੇ ਹਿਸਾਬ ਦੇ ਨਾਲ ਜੋ ਸਾਡੀ ਬੀਜੇਪੀ ਦੀ ਪਾਲਿਸੀ ਹੈ, ਜ਼ੀਰੋ ਟੋਲਰੈਂਸ ਫॉर ਕ੍ਰਿਮੀਨੈਲਿਟੀ, ਜ਼ੀਰੋ ਟੋਲਰੈਂਸ ਫॉर ਡਰੱਗਸ, ਮੇਰੇ ਹਿਸਾਬ ਦੇ ਨਾਲ ਇਸ ਕੇਸ ਨੂੰ ਆਪਣੀ ਲੌਜੀਕਲ ਕੰਕਲੂਜਨ ਦੇ ਵੱਲ ਜਾਣ ਦੇਣਾ ਚਾਹੀਦਾ ਹੈ। ਮੈਂ ਨਹੀਂ ਸਮਝਦਾ ਵਾਂ ਕਿ ਕੋਈ ਵੀ ਪੋਲੀਟੀਕਲ ਪਾਰਟੀ ਪੂਰੀ ਦੀ ਪੂਰੀ ਪੁਲਿਸ ਫੋਰਸ ਨੂੰ ਵੀ ਖਰੀਦ ਸਕਦੀ ਹੈ, ਸਾਰੇ ਜੱਜਿਸ ਨੂੰ। ਅਗਰ ਖੇਰਾ ਸਾਹਿਬ ਨੂੰ ਉੱਥੇ 2 ਦਿਨ ਦੀ ਪੁਲਿਸ ਰਿਮਾਂਡ ਦਿੱਤੀ ਹੈ, ਕੁਛ ਨਾ ਕੁਛ ਤੇ ਇਹਦੇ ਵਿੱਚ ਹੋਏਗਾ। ਪਰ ਮੇਰੇ ਇਹਦੇ ਇਲਾਵਾ ਮੇਰੇ ਹੋਰ ਵੀ 3-4 ਪੁਆਇੰਟ ਹੈਗੇ ਨੇ ਜਿਹੜੇ ਬਹੁਤ ਜ਼ਰੂਰੀ ਨੇ ਜੀ। ਇੱਕ ਸਭ ਤੋਂ ਇੰਪੋਰਟੈਂਟ ਪੁਆਇੰਟ ਗੌਰਵ ਜੀ ਮੈਂ ਤੁਹਾਡੇ ਇੱਥੋਂ ਕਹਿਣਾ ਚਾਹਨਾ ਕਿ ਜੋ ਖੜਿਆਲ ਸਾਹਿਬ ਕਹਿ ਰਹੇ ਸੀ, ਮੈਂ ਵਕੀਲ ਤੇ ਨਹੀਂ ਆ, ਪਰ ਅਗਰ ਜੋ ਉਹ ਕਹਿ ਰਹੇ ਸੀ ਉਹ ਸੱਚ ਹੈ ਤੇ ਸੁਖਪਾਲ ਖੇਰਾ ਦੇ ਅਗੇਂਸਟ ਕੋਈ ਕੇਸ ਨਹੀਂ ਹੈ, ਤੇ ਮੈਂ ਇਹ ਸੋਚਣਾ ਕਿ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਇਨਜਸਟਿਸ ਕਰ ਦਿੱਤੀ ਹੈ ਇਸ ਤਰੀਕੇ ਦੇ ਨਾਲ ਕੁਝ ਕਰਕੇ ਪੂਰੇ ਪੰਜਾਬ ਦੇ ਲੋਕਾਂ ਦੇ ਨਾਲ। ਕਿਉਂਕਿ ਆਮ ਆਦਮੀ ਪਾਰਟੀ ਡਰੱਗਸ ਦੇ ਮਾਮਲੇ ਵਿੱਚ ਬੇਸ਼ੱਕ ਨਾ ਸੀਰੀਅਸ ਹੋਏ, ਪੰਜਾਬ ਦੇ ਲੋਕ ਡਰੱਗਸ ਦੇ ਵਾਸਤੇ ਬਹੁਤ ਸੀਰੀਅਸ ਨੇ, ਤੇ ਇਸ ਤਰੀਕੇ ਨਾਲ ਇੱਕ ਪਰਸਨਲ ਵੈਂਡੇਟਾ ਅਗਰ ਹੋਏ ਤੇ ਮੈਨੂੰ ਪਤਾ ਨਹੀਂ, ਆਈ ਐਮ ਨਾਟ ਕੰਸਰਨ, ਅਗਰ ਇਹ ਪਰਸਨਲ ਵੈਂਡੇਟਾ ਨਿਕਲ ਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਕਦੀ ਵੀ ਇਸ ਗੱਲ ਦੇ ਵਾਸਤੇ ਮਾਫ ਕਰਨਗੇ। ਇਹ ਇੱਕ ਸੈਕਰੀਲੇਜ ਦੇ ਵਰਗਾ ਹੀ ਕੇਸ ਹੋ ਜਾਏਗਾ, ਜਿਹਦੇ ਵਿੱਚ ਤੁਸੀਂ ਲੋਕਾਂ ਦੀਆਂ ਭਾਵਨਾ ਦੇ ਨਾਲ ਖੇਡ ਰਹੇ ਹੋ, ਤੁਸੀਂ ਇਹ ਡਰੱਗਸ ਦੇ ਇੰਪੋਰਟੈਂਟ ਇਸ਼ੂ ਦੇ ਉੱਤੇ ਪੋਲਿਟਿਕਸ ਕਰ ਰਹੇ ਹੋ ਜੀ। ਹੁਣ ਤੁਸੀਂ ਕਾਫੀ ਟਾਈਮ ਲੋਕਾਂ ਨੂੰ ਦਿੱਤਾ ਸੀਗਾ, ਤੇ ਮੇਰੇ ਤੇ 2-3 ਬੜੇ ਨਾਰਮਲ ਜਿਹੇ ਸਵਾਲ ਨੇ ਕਿ ਇਹ ਡਿਲੇ ਕਿਉਂ ਕੀਤਾ। ਦੂਸਰੀ ਗੱਲ, ਇਹ ਸੁਖਪਾਲ ਖੇਰਾ ਦੇ ਉੱਤੇ ਉਦੋਂ ਵੀ ਕੇਸ ਚੱਲ ਰਿਹਾ ਸੀਗਾ ਜਦੋਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਇੰਡਕਟ ਹੋਇਆ ਸੀਗਾ, ਇਹਨਾਂ ਨੇ ਕ੍ਰਿਮੀਨਲ ਨੂੰ ਇੰਡਕਟ ਕਿਉਂ ਕੀਤਾ। ਇਹ ਦੂਸਰੀ ਗੱਲ ਹੈ ਕਿ ਇਸ ਵੇਲੇ ਇਹਨਾਂ ਦੇ 92 ਬੰਦਿਆਂ ਦੇ ਵਿੱਚੋਂ 50+ ਬੰਦੇ ਐਸੇ ਨੇ ਜਿਨ੍ਹਾਂ ਦੇ ਅਗੇਂਸਟ ਕ੍ਰਿਮੀਨਲ ਕੇਸਿਸ ਦੇ, ਤੇ ਫਿਰ ਇਹ ਕੱਟੜ ਇਮਾਨਦਾਰ ਕਿੱਦਾਂ ਹੋਏ। ਤੇ ਦੂਸਰੀ ਹੁਣ ਜਿਹੜੀ ਗੱਲ ਅੱਜ ਖੜੀ ਹੁੰਦੀ ਹੈ ਪੋਲੀਟੀਕਲੀ, ਉਹ ਇਹ ਹੈ ਕਿ ਇਹ ਕੱਟੜ ਇਮਾਨਦਾਰ ਪਾਰਟੀ ਐਸੀ ਕਿਸੇ ਗਵਰਨਮੈਂਟ ਦੇ ਨਾਲ, ਐਸੀ ਕਿਸੇ ਪਾਰਟੀ ਦੇ ਨਾਲ ਗਠਬੰਧਨ ਕਰੇਗੀ, ਉਹ ਜਿਹੜਾ ਅਨਹੋਲੀ ਇੰਡੀ ਹੈ ਗਠਬੰਧਨ ਹੈ, ਜਿਹਦੇ ਵਿੱਚ ਕੀ ਨੋਨ ਕਰਪਟ ਐਲੀਮੈਂਟਸ ਬੈਠੇ ਹੋਏ ਨੇ, ਤੇ ਜਿਨ੍ਹਾਂ ਦੀ ਕਰਪਸ਼ਨ ਦੇ ਬਾਰੇ ਆਮ ਆਦਮੀ ਪਾਰਟੀ ਦੇ ਚੀਫ ਮਿਨਿਸਟਰ ਸਵੇਰੇ ਸ਼ਾਮ ਦੁਪਹਿਰ ਬੋਲਦੇ ਰਹੇ। ਉਹਨਾਂ ਦੇ ਅੰਸ਼ੂ ਨੂੰ ਫੜਿਆ, ਕੁਝ ਨਹੀਂ ਕਰ ਸਕੇ, ਕੋਟ ਨੂੰ ਫੜਿਆ, ਹੁਣ ਖੇਰਾ ਨੂੰ ਫੜ ਲਿਆ, ਅਸੀਂ ਕਰਪਸ਼ਨ ਦੇ ਖਿਲਾਫ ਲੜ ਰਹੇ ਹਾਂ। ਤੇ ਵੀ ਤੁਸੀਂ ਅਗਰ ਕਰਪਸ਼ਨ ਦੇ ਨਾਲ ਖਿਲਾਫ ਲੜ ਰਹੇ ਹੋ ਤੇ ਫਿਰ ਤੁਸੀਂ ਉਸ ਪਾਰਟੀ ਦੇ ਨਾਲ ਗਠਬੰਧਨ ਕਿਉਂ ਕਰ ਰਹੇ ਹੋ। ਸੋ ਬੇਸਿਕਲੀ ਗੱਲ ਇਹ ਹੋ ਜਾਂਦੀ ਹੈ ਗੌਰਵ ਜੀ ਕਿ ਇਹ ਇੱਕ ਆਈਡੀਓਲੋਜੀਕਲੀ ਵੀਕ ਪਾਰਟੀ ਹੈ, ਇਹ ਓਪਰਚੁਨਿਸਟ ਹੈ, ਮੌਕਾ ਪ੍ਰਸਤ ਹੈ, ਇਹਨਾਂ ਨੂੰ ਇਹ ਪਤਾ ਨਹੀਂ ਕੀ ਕਰਨਾ ਹੈ। ਇਹਨਾਂ ਦੀ ਜਿਹੜੀ ਅੰਬੀਸ਼ਨ ਹੈ ਨਾ, ਉਸ ਅੰਬੀਸ਼ਨ ਨੇ ਇਹਨਾਂ ਨੂੰ ਬਲਾਈਂਡ ਕੀਤਾ ਹੋਇਆ ਹੈ। ਇਹ ਕਹਿੰਦੇ ਨੇ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ। ਤੁਸੀਂ ਬੜੇ ਸਟਰੋਂਗ ਵਰਡ ਯੂਜ਼ ਕੀਤੇ ਨੇ, ਕਾਂਗਰਸ ਸਪੈਸੀਫਿਕ ਕਰ ਦਿਓ, ਕਾਂਗਰਸ ਲਈ ਹੈ ਜਾਂ ਆਮ ਆਦਮੀ ਪਾਰਟੀ ਦੇ ਲਈ ਨੇ? ਦੋਨਾਂ ਲਈ ਹੈ ਜੀ, ਇਲੈਕਸ਼ਨ ਆ ਰਹੀ ਹੈ ਨਾ। ਨਹੀਂ ਠੀਕ ਹੈ, ਹੋਰ ਸਪੈਸੀਫਿਕ ਜੈਬਾਂ ਜੀ ਆਵਾਜ਼ ਆ ਰਹੀ ਹੋਏਗੀ ਮੇਰੀ? ਹਾਂਜੀ ਆ ਰਹੀ ਹੈ ਜੀ। ਜੀ ਬਿਲਕੁਲ, ਤੁਸੀਂ ਮੈਂ ਕਿਹਾ ਬੜੇ ਸਟਰੋਂਗ ਵਰਡ ਯੂਜ਼ ਕੀਤੇ ਨੇ ਪੋਲੀਟੀਕਲ ਪਾਰਟੀ ਦੇ ਲਈ। ਇਹ ਆਮ ਆਦਮੀ ਪਾਰਟੀ ਲਈ ਹੈ ਜਾਂ ਕਾਂਗਰਸ ਲਈ ਹੈ? ਕਿਉਂਕਿ ਗਠਜੋੜ ਦੇ ਵਿੱਚ ਤਾਂ ਦੋਵੇਂ ਨੇ ਜੀ, ਤੇ ਜੋ ਮੈਂ ਵਰਡਸ ਕਹੇ ਨੇ ਉਹਨਾਂ ਦੇ ਉੱਤੇ ਮੈਂ ਪੂਰਾ ਸਟੈਂਡ ਕਰਨਾ ਗੌਰਵ ਜੀ। ਅਗਰ ਇਹ ਉਹਨਾਂ ਰਿਫਿਊਟ ਕਰ ਸਕਦੇ ਨੇ ਕਿਸੇ ਵੀ ਫੋਰਮ ਦੇ ਵਿੱਚ ਤੇ ਜ਼ਰੂਰ ਕਰਨ। ਆਈ ਵਿਲ ਬੀ ਵੈਰੀ ਗਲੈਡ ਟੂ ਹੀਅਰ ਦੈਮ।